ਜਿਹੜਾ ਇਹ ਦੀਪਕ ਵਰਗਾ ਮਨ ਹੈ ਚੰਚਲ, ਇਹਨੂੰ ਜਦੋਂ ਲੋ ਹੋ ਜਾਂਦਾ ਹੈ ਪ੍ਰਕਾਸ਼ ਨਾਮ ਦੇ ਸਰਵਣ ਕਰਕੇ, ਤਾਂ ਇਹ ਤਾਲ ਸਰੂਪ ਦਾ ਗਿਆਨ ਪ੍ਰਾਪਤ ਕਰ ਲੈਂਦਾ। ਉਸ ਵਕਤ ਸਰੂਪ ਦਾ ਗਿਆਨ ਪ੍ਰਾਪਤ ਕਰਨੇ ਕਰਕੇ ਅਸਲ ਵਿੱਚ ਇਹ ਸਾਰੀ ਚੀਜ਼ ਨੂੰ ਸਮਝਣ ਦੀ ਲੋੜ ਹੈ। ਆਪਾਂ ਪਹਿਲਾਂ ਵੀ ਇਹ ਬਹੁਤ ਸੁਣ ਲਿਆ, ਸਰੂਪ ਦਾ ਗਿਆਨ, ਕੈ ਸਰੂਪ ਗੀਤ ਗਾਵੇ, ਕੈ ਸਰੂਪ ਧਿਆਨ ਲਾਵੇ, ਪਹਿਲਾਂ ਵੀ ਸੁਣਿਆ ਆਪਾਂ ਨੇ। ਜਿਹੜਾ ਆਪਣੇ ਹਿਰਦੇ 'ਚ ਅੰਦਰ ਸਰੂਪ ਆਪਣਾ, ਜਦੋਂ ਤੱਕ ਉਹ ਸਰੂਪ ਦਾ ਗਿਆਨ ਨਹੀਂ ਹੁੰਦਾ ਉਦੋਂ ਤੱਕ ਚੰਚਲ ਮਨ ਟਿਕਦਾ ਨਹੀਂ। ਸ਼ੁਰੂ ਵਿੱਚ ਅੰਦਰ ਝਾਕਦੇ ਹੋ, ਕੁਛ ਨਹੀਂ ਨਜ਼ਰ ਆਉਂਦਾ, ਫਿਰ ਮਨ ਕਾਹਲਾ ਪੈਂਦਾ, ਫਿਰ ਅੱਖਾਂ ਖੋਲ੍ਹ ਲਈਦੀਆਂ। ਪਰ ਨਹੀਂ, ਅੱਖਾਂ ਬੰਦ ਕਰੋ ਤੇ ਆਪਣੇ ਅੰਦਰ ਨੂੰ ਦੇਖੋ। ਹਿਰਦੇ 'ਚ ਦੇਖਦੇ ਹੋਏ ਵਾਹਿਗੁਰੂ 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 ਕਰੀ ਜਾਓ, ਕਰੀ ਜਾਓ, ਕਰੀ ਜਾਓ। ਕਰਦਿਆਂ ਕਰਦਿਆਂ ਕਦੇ ਨਾ ਕਦੇ ਤਾਂ ਅੰਦਰ ਸਰੂਪ ਨਜ਼ਰ ਆ ਜਾਂਦਾ, ਆਪਣਾ ਅਸਲੀ ਸਰੂਪ ਅੰਦਰੋਂ ਦਿਖਦਾ। ਫਿਰ ਮਨ ਦਾ ਇਕਾਗਰਤਾ ਟਿਕਾਓ, ਸਭ ਕੁਝ ਬਣ ਜਾਂਦਾ। ਸੁਣਿਆ ਪੋਹ ਨਾ ਸਕੈ ਕਾਲ ਮੌਤ ਜਮਦੂਤ ਧਰਮ ਰਾਜਾ, ਇਹ ਸਾਰੇ ਪ੍ਰਕਾਰ ਦੀਆਂ ਚੀਜ਼ਾਂ ਪੋਹ ਨਹੀਂ ਸਕਦੀਆਂ, ਦੇਖ ਨਹੀਂ ਸਕਦੀਆਂ ਆਪਣੇ ਵੱਲ, ਇਹਨਾਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਕਿਉਂਕਿ ਜਿਹੜਾ ਬੰਦਾ ਨਾਮ ਸਰਵਣ ਕਰਨ ਲੱਗ ਜਾਵੇ, ਮੂਲ ਮੰਤਰ ਗੁਰਬਾਣੀ ਕੀਰਤਨ ਕਥਾ ਸਰਵਣ ਕਰਨ ਲੱਗ ਜਾਂਦਾ ਹੈ, ਜਿਹਦੇ ਕੰਨਾਂ ਵਿੱਚ ਪੈਣ ਲੱਗ ਜਾਏ ਗੁਰਬਾਣੀ, ਜਿਹੜਾ ਕਹੇ ਵੀ ਮੈਂ ਹੋਰ ਕੁਛ ਨਹੀਂ ਸੁਣਨਾ, ਮੈਨੂੰ ਹੋਰ ਕੁਝ ਚੰਗਾ ਹੀ ਨਹੀਂ ਲੱਗਦਾ, ਜਿਹੜਾ ਗੁਰਬਾਣੀ 24 ਘੰਟੇ ਸੁਣਦਾ ਹੀ ਰਹਿੰਦਾ ਹੈ। ਮਹਾਰਾਜ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ, ਉਹਨਾਂ ਗੁਰਮੁਖਾਂ ਨੂੰ ਸਦਾ ਹੀ ਵਿਗਾਸ ਖੇੜਾ ਬਣ ਜਾਂਦਾ ਹਿਰਦੇ ਦੇ ਵਿੱਚ। ਸ਼ਰਵਣ ਕਰਨ ਨਾਲ ਖਿੜਦਾ ਹੈ। ਕੋਈ ਬੰਦਾ ਮੁਰਝਾਇਆ ਬੈਠਾ, ਦਿਲ ਸਿੱਟ ਕੇ ਬੈਠਾ, ਬੜਾ ਕਰਜ਼ਾਈ ਹੈ, ਕਿਸੇ ਵੀ ਗੱਲੋਂ ਕਿਸੇ ਬੰਦੇ ਨੇ ਆ ਕੇ ਉਹਨੂੰ ਕਿਹਾ ਤੇਰਾ ਸਾਰਾ ਕਰਜ਼ਾ ਮਾਫ ਹੋ ਗਿਆ, ਇੱਕਦਮ ਖਿੜ ਗਿਆ ਉਹ, ਅੱਛਾ, ਖੁਸ਼ ਹੋ ਜਾਂਦਾ। ਮੁਰਝਾਇਆ ਬੈਠਾ, ਪਤਾ ਨਹੀਂ ਕੀ ਹੋਏਗਾ, ਕੋਈ ਆ ਕੇ ਅੱਛੀ ਗੱਲ ਸੁਣਾਉਂਦਾ ਖਿੜ ਜਾਂਦਾ। ਕਿਉਂਕਿ ਸੁਣਨ ਨਾਲ ਹੀ ਬੰਦਾ ਮੁਰਝਾਉਂਦਾ, ਸੁਣਨ ਨਾਲ ਹੀ ਖਿੜਦਾ। ਜਦੋਂ ਆਪਾਂ ਮਾੜੀਆਂ ਗੱਲਾਂ ਸੁਣਦੇ ਹਾਂ ਤਾਂ ਆਪਣਾ ਮਨ ਮੁਰਝਾ ਜਾਂਦਾ। ਜਦੋਂ ਆਪਾਂ ਨਾਮ ਨੂੰ ਸਰਵਣ ਕਰਨੇ ਆ, ਕਿਉਂਕਿ ਨਾਮ ਖੁਰਾਕ ਹੈ ਆਪਣੀ। ਰੋਟੀਆਂ ਤਾਂ ਬਹੁਤ ਖਾਧੀਆਂ ਜ਼ਿੰਦਗੀ 'ਚ, ਸਰੀਰ ਦੀ ਖੁਰਾਕ ਤਾਂ ਬੜੀ ਖਾ ਲਈ, ਦੁੱਧ ਬੜੇ ਪੀਤੇ, ਹੋਰ ਬੜੀਆਂ ਚੀਜ਼ਾਂ ਖਾਧੀਆਂ ਸਰੀਰ ਵਾਸਤੇ, ਪਰ ਆਤਮਿਕ ਤੌਰ ਤੇ ਆਤਮਿਕ ਬਲਵਾਨ ਨਹੀਂ ਹੈ। ਆਤਮਾ ਕਮਜ਼ੋਰ ਹੋ ਗਈ, ਅੰਦਰੋਂ ਮਨ ਕਮਜ਼ੋਰ ਹੋ ਗਿਆ, ਕਿਉਂਕਿ ਮਨ ਨੇ ਸਰਵਣ ਨਹੀਂ ਕੀਤਾ। ਇਸ ਕਰਕੇ ਸਰਵਣ ਕਰਨਾ ਬੜਾ ਜ਼ਰੂਰੀ ਹੈ। ਸਰਵਣ ਤੋਂ ਹੀ ਸਾਰਾ ਕੁਝ ਚੱਲਦਾ। ਕਈ ਆ ਕੇ ਕਹਿਣਗੇ ਮੈਂ ਕਥਾ ਸਿੱਖਣੀ ਹੈ, ਮੇਰਾ ਇਹੀ ਜਵਾਬ ਹੁੰਦਾ ਕਿ ਸਰਵਣ ਕਰ। ਕਥਾ ਸਿੱਧੀ ਨਹੀਂ ਸਿੱਖੀ ਜਾਂਦੀ। ਪਹਿਲਾਂ ਅਸੀਂ 10 ਸਾਲ ਤੱਕ ਕਥਾ ਸਿਰਫ ਸੁਣੀ ਹੈ, ਕੀਤੀ ਨਹੀਂ ਹੈ ਕਦੇ। ਸੁਣੀ ਗਏ ਸੁਣੀ ਗਏ ਸੁਣੀ ਗਏ, ਉਹਨੂੰ ਅੰਦਰ ਵਸਾਉਂਦੇ ਗਏ ਵਸਾਉਂਦੇ ਗਏ ਵਸਾਉਂਦੇ ਗਏ। ਜਦੋਂ ਪੂਰਾ ਅੰਦਰ 10 ਸਾਲਾਂ 'ਚ ਭਰ ਗਿਆ ਤਾਂ ਉਹ ਬਾਹਰ ਨੂੰ ਕੱਢਣੀ ਸ਼ੁਰੂ ਕਰ ਲਈ। ਹੁਣ ਪਹਿਲਾਂ ਨਾ ਸੁਣਦਿਆਂ ਸੁਣਦਿਆਂ ਨੂੰ ਅੰਦਰ ਨੂੰ ਵਸਾਓ, ਇਹਦਾ ਭਾਵ ਕੀ ਹੈ। ਕਿਤਨੀ ਮਿਹਨਤ ਕਰਨ ਤੋਂ ਬਾਅਦ ਫਿਰ ਇਸੇ ਪ੍ਰਕਾਰ ਵਾਹਿਗੁਰੂ ਵਾਹਿਗੁਰੂ ਅੰਦਰ ਕੰਨਾਂ ਨੂੰ ਸੁਣਾਈ ਜਾਓ ਸੁਣਾਈ ਜਾਓ ਸੁਣਾਈ ਜਾਓ। ਖੂਹ ਵਿੱਚ ਰੱਸਾ ਉਹਨਾਂ ਦੇਰ ਤੱਕ ਲਮਕਾਉਂਦੇ ਰਹੀਦਾ ਜਦ ਤੱਕ ਡੋਲ ਪਾਣੀ ਨੂੰ ਟੱਚ ਨਹੀਂ ਹੋ ਜਾਂਦਾ ਜਾ ਕੇ। ਜਦੋਂ ਆਪਣਾ ਡੋਲ ਪਾਣੀ ਨੂੰ ਟੱਚ ਹੋ ਗਿਆ ਜਾ ਕੇ, ਉੱਥੋਂ ਪਾਣੀ ਭਰ ਲਿਆਂਦਾ। ਜਦ ਤੱਕ ਅੰਦਰ ਜਿੱਥੇ ਨਾਮ ਵਸਿਆ ਹੋਇਆ ਹੈ, ਜਿੱਥੇ ਹਿਰਦੇ 'ਚ ਪ੍ਰਕਾਸ਼ ਹੈ, ਜਦ ਤੱਕ ਉੱਥੇ ਬਾਹਰੋਂ ਨਾਮ ਨੂੰ ਨਹੀਂ ਭੇਜਦੇ, ਉਦੋਂ ਤੱਕ ਅੰਦਰਲਾ ਨਾਮ ਪ੍ਰਕਾਸ਼ਮਾਨ ਨਹੀਂ ਹੁੰਦਾ। ਮਹਾਰਾਜ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ। ਕਿਵੇਂ ਕਹਿੰਦੇ ਸੁਣਿਆ ਦੁਖ ਪਾਪ ਕਾ ਨਾਸ। ਕਹਿੰਦੇ ਦੇਖੋ ਭਾਈ, ਨਾਮ ਨੂੰ ਕੰਨਾਂ ਨਾਲ ਸੁਣੀ ਜਾਓ ਸੁਣੀ ਜਾਓ, ਦੁੱਖ ਤੇ ਪਾਪ ਸਾਰੇ ਹੀ ਨਿਵਰਤ ਕਰਕੇ ਫਿਰ ਹੁੰਦਾ ਹੈ ਵਿਗਾਸ। ਦੁੱਖਾਂ ਤੇ ਪਾਪਾਂ ਕਰਕੇ ਮੂੰਹ ਮੁਰਝਾ ਜਾਂਦਾ ਹੈ, ਦੁਖੀ ਹੋਇਆ ਚਿਹਰਾ, ਦੁਖੀ ਹਿਰਦੇ ਲਿਖਣਗੇ, ਦੁਖੀ ਹਿਰਦੇ। ਉਹ ਦੁਖੀ ਹਿਰਦੇ ਤਾਂ
ਤਾਂ ਨੇ ਕਿ ਇਹਨਾਂ ਨਾਮ ਨਹੀਂ ਸੁਣਿਆ। ਨਹੀਂ ਤਾਂ ਸਿੱਖ ਤਾਂ ਖਿੜਿਆ ਹੀ ਰਹਿੰਦਾ, ਸਿੱਖ ਤਾਂ ਦੇਗੇ 'ਚ ਵੀ ਖਿੜਿਆ ਹੁੰਦਾ, ਸਿੱਖ ਤਾਂ ਬੰਦ-ਬੰਦ ਕਟਵਾਉਂਦਾ ਵੀ ਖਿੜਿਆ ਰਹਿੰਦਾ। ਬਈ ਤੈਨੂੰ ਕਿਹੜੀ ਖੁਸ਼ੀ ਹੋਈ? ਬੰਦ-ਬੰਦ ਕਟਵਾਉਣ ਦੀ ਕਾਹਦੀ ਖੁਸ਼ੀ ਹੋ ਗਈ ਤੈਨੂੰ? ਉਹ ਕਹਿੰਦੇ ਜਲਾਦ ਨੂੰ, ਕਹਿੰਦੇ ਤੈਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ, ਤੂੰ ਹੈਗਾ ਜਲਾਦ ਬੰਦਿਆਂ ਨੂੰ ਕੱਟਣ ਵਾਲਾ, ਤੇ ਮੈਨੂੰ ਬਸ ਖੁਸ਼ੀ ਹੈ, ਬਸ ਤੂੰ ਕੱਟ, ਮੇਰਾ ਅੰਗ ਅੰਗ ਕੱਟ। ਆਪ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨੇ, ਇਹ ਸਾਰੀ ਸ਼ਰਵਣ ਨਾਲ ਹੀ ਸ਼ਕਤੀ ਆਉਂਦੀ, ਜਿੰਨੀ ਸ਼ਕਤੀ ਆਉਂਦੀ ਹੈ ਸੁਣਨ ਨਾਲ ਆਉਂਦੀ। ਇਸ ਕਰਕੇ ਜੇ ਅਗਰ ਆਪਣੇ ਪੰਥ ਦੀ ਚੜ੍ਹਦੀ ਕਲਾ ਚਾਹੁੰਦੇ ਆ, ਜੇ ਸਾਰਾ ਪੰਥ ਹੀ ਕਥਾ 'ਚ ਬੈਠਾ ਹੋਵੇ, ਸਵੇਰੇ ਬੜੀ ਸੰਗਤ ਹੋਣੀ ਚਾਹੀਦੀ ਹੈ, ਜਿੱਥੇ ਵੀ ਕਥਾ ਹੁੰਦੀ, ਜਿੱਥੇ ਵੀ ਕੀਰਤਨ ਹੁੰਦਾ, ਸਾਰਾ ਪੰਥ ਹੀ ਸੁਣਦਾ ਹੋਵੇ। ਮਜਾਲ ਕੀ ਹੈ ਪੰਥ ਡਾਊਨ ਹੋ ਜਾਏ, ਆਪਣਾ ਨਾ ਥੱਲੇ ਚਲਿਆ ਜਾਏ, ਪੰਥ ਦੀ ਚੜ੍ਹਦੀ ਕਲਾ ਹੋ ਜਾਏਗੀ। ਪੰਥ ਦੀ ਚੜ੍ਹਦੀ ਕਲਾ ਊਂ ਤਾਂ ਸਾਰੇ ਚਾਹੁੰਦੇ ਨੇ, ਪਰ ਕਥਾ ਕੀਰਤਨ 'ਚ ਕੋਈ ਨਹੀਂ ਬਹਿਣਾ ਚਾਹੁੰਦਾ, ਕੋਈ ਸਿਮਰਨ ਨਹੀਂ ਕਰਨਾ ਚਾਹੁੰਦਾ। ਉਹਦਾ ਆਖੇ ਪੰਥ ਦੀ ਚੜ੍ਹਦੀ ਕਲਾ ਹੋ ਜਾਏ, ਇਹ ਉੱਦਾਂ ਤਾਂ ਕਿਸੇ ਦੀ ਹੋਣੀ ਨਹੀਂ ਚੜ੍ਹਦੀ ਕਲਾ। ਐ ਨਾਲੇ ਮਹਾਰਾਜ ਦਾ ਕੋਈ ਇਹ ਧਰਮ ਇਹੋ ਜਿਹਾ ਨਹੀਂਗਾ ਵੀ ਐਵੇਂ ਬਾਹਰ ਬੈਠ ਕੇ ਤੇ ਆਖੋ ਵੀ ਚੜ੍ਹਦੀ ਕਲਾ ਹੋ ਜਾਏ। ਸਤਿਗੁਰੂ ਕਹਿੰਦੇ ਜਦ ਤੱਕ ਸਤ ਸੰਗਤ ਵਿੱਚ ਨਹੀਂ ਬੈਠਦਾ ਉਦੋਂ ਤੱਕ ਤੇਰੀ ਚੜ੍ਹਦੀ ਕਲਾ ਨਹੀਂ ਹੋਣੀ, ਕਿਉਂਕਿ ਇੱਥੋਂ ਹੀ ਮੋਹਰ ਵੱਜਣੀ ਹੈ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸੰਗਤ ਵਿੱਚ ਹੀ ਵਾਹਿਗੁਰੂ ਬੈਠੇ ਨੇ, ਤੇ ਵਾਹਿਗੁਰੂ ਨੇ ਇੱਥੋਂ ਹੀ ਕਿਰਪਾ ਕਰਕੇ ਤੋਰਨਾ ਤੈਨੂੰ। ਜੇ ਬਾਹਰ ਬੈਠਾ ਰਿਹਾ ਦੂਰ ਦੁਰਾਡੇ ਕਦੇ ਸੁਣਿਆ ਹੀ ਨਹੀਂ ਆ ਕੇ, ਤਾਂ ਫਿਰ ਕਿਰਪਾ ਕਿਵੇਂ ਹੋਵੇਗੀ? ਇਸ ਕਰਕੇ ਮਹਾਰਾਜ ਕਹਿੰਦੇ ਨਾਮ ਦੀ ਮਹਿਮਾ ਦੇਖੋ ਭਾਈ, ਸਾਰਿਆਂ ਨਾਲੋਂ ਵੱਡਾ ਕਰਮ ਇਹ ਕਰੋ ਕਿ ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਾ ਤੀਰਥ ਮਲ ਨਹਾਓ। ਸੁਣੋ, ਜਿੰਨੀ ਬਾਣੀ ਆਪ ਪੜੋ ਓਨੀ ਸੁਣੋ, ਸਿਮਰਨ ਜਿੰਨਾ ਕਰੋ ਓਨਾ ਸੁਣੋ, ਕਥਾ ਕੀਰਤਨ ਸੁਣੋ। ਸੁਣਦੇ 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 ਹੀ ਤੁਸੀਂ ਇੱਕ ਦਿਨ ਬ੍ਰਹਮ ਦੇ ਵਿੱਚ ਲੀਨ ਹੋ ਜਾਓਗੇ। ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨ ਹੂੰ, ਆਪਾ ਪਰ ਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਵਾਹਿਗੁਰੂ 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 ਵਾਹਿਗੁਰੂ। ਇਹ ਇੱਕ ਨਾਮ ਸਿਮਰਨ ਕਰਨ ਵੇਲੇ ਪ੍ਰਯੋਜਨ ਬਣਾ ਲਓ ਆਪਣਾ, ਵੀ ਜਿਹੜਾ ਮੈਂ ਮੂੰਹ ਨਾਲ ਵਾਹਿਗੁਰੂ ਕਹਿਣਾ ਹੈ ਇਹ ਪ੍ਰਯੋਜਨ ਹੈ ਮੇਰਾ, ਵੀ ਮੇਰੇ ਕੰਨ, ਮੈਂ ਆਪਣੇ ਕੰਨਾਂ ਨੂੰ ਸੁਣਾਉਣ ਵਾਸਤੇ ਮੂੰਹ ਨਾਲ ਬੋਲਦਾ। ਬਸ ਕੀ ਕਾਹਦੇ ਲਈ ਵੀ ਤੂੰ ਵਾਹਿਗੁਰੂ ਵਾਹਿਗੁਰੂ ਕਰਦਾ? ਮੈਂ ਆਪਣੇ ਕੰਨਾਂ ਨੂੰ ਸੁਣਾ ਰਿਹਾ, ਬਸ ਇਹ ਆਪਣਾ ਪ੍ਰਯੋਜਨ ਹੈ। ਜਦੋਂ ਆਪਾਂ ਇਸ ਚੀਜ਼ ਨੂੰ ਦੇਖ ਲਿਆ ਨਾ ਵੀ ਮੈਂ ਮੂੰਹ ਨਾਲ ਵਾਹਿਗੁਰੂ ਕਹਿਣਾ ਤੇ ਕਾਹਦੇ ਲਈ ਕਹਿਣਾ? ਕੰਨਾਂ ਨਾਲ ਸੁਣਨ ਲਈ। ਬਸ ਇਸੇ ਵਿੱਚ ਆਪਣੀ ਸਫਲਤਾ ਦਾ ਰਾਜ ਹੈ ਵੱਡਾ। ਵਾਹਿਗੁਰੂ 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 ਵਾਹਿਗੁਰੂ। ਏਕ ਓੰਕਾਰ ਵਾਹਿਗੁਰੂ ਸਤਿਨਾਮ ਵਾਹਿਗੁਰੂ। ਕਰਤਾ ਪੁਰਖ ਵਾਹਿਗੁਰੂ ਨਿਰਭਉ ਵਾਹਿਗੁਰੂ।
ਨਿਰਵੈਰ ਵਾਹਿਗੁਰੂ ਅਕਾਲ ਮੂਰਤ ਵਾਹਿਗੁਰੂ। ਅਜੂਨੀ ਸੈਭੰ ਵਾਹਿਗੁਰੂ ਗੁਰ ਪ੍ਰਸਾਦ ਵਾਹਿਗੁਰੂ। ਜਪ ਆਦ ਸਚ ਵਾਹਿਗੁਰੂ ਜੁਗਾਦ ਸਚ ਵਾਹਿਗੁਰੂ। ਹੈ ਪੀ ਸਚ ਵਾਹਿਗੁਰੂ ਨਾਨਕ ਹੋਸੀ ਪੀ ਸਚ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਸੁਣਿਐ ਸਿੱਧ ਪੀਰ ਸੁਰਨਾਥ ਸੁਣਿਐ ਤਰਤ ਤਵਲ ਆਕਾਸ। ਸੁਣਿਐ ਸਿੱਧ ਪੀਰ ਸੁਣਿਐ ਦੀਪ ਲੋ ਪਾਤਾਲ। ਸੁਣਿਐ ਪੋਹ ਨ ਸਕੈ ਕਾਲ। ਨਾਨਕ ਭਗਤਾ ਸਦਾ ਵਿਗਾਸ। ਸੁਣਿਐ ਦੁਖ ਪਾਪ ਕਾ ਨਾਸ। ਨਾਨਕ ਭਗਤਾ ਸਦਾ ਵਿਗਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਦੇਵ ਜੀ ਵੀ ਆਪਾਂ ਨੂੰ ਕਹਿੰਦੇ ਨਾਮ ਨੂੰ ਜਪੋ ਮੂੰਹ ਨਾਲ ਤੇ ਸੁਣੋ ਕੰਨਾਂ ਦੇ ਨਾਲ। ਸੁਣਿਆ ਈਸ਼ਰ ਬਰਮਾ ਇੰਦ। ਹੁਣ ਨਾਮ ਦਾ ਸ਼ਰਵਣ ਕਰਨਾ। ਨਾਮ ਦੇ ਸ਼ਰਵਣ ਕਰਕੇ ਹੀ ਸਾਰਾ ਕੁਝ ਪਤਾ ਲੱਗਦਾ। ਪਹਿਲਾਂ ਤਾਂ ਸਧਾਰਨ ਸੁਣਿਆ ਹੈ। ਕਦੇ ਸੁਣਿਆ ਕਦੇ ਈਸ਼ਰ ਬ੍ਰਹਮਾ ਇੰਦ। ਆਮ ਬੰਦੇ ਨੇ ਸੁਣੀ ਨਹੀਂ ਹੁੰਦਾ ਕਈ ਵਾਰੀ। ਸੋ ਈਸ਼ਰ ਬਾਰੇ ਸੁਣ ਕੇ ਹੀ ਪਤਾ ਲੱਗਦਾ ਹੈ ਕਿ ਉਹ ਸ਼ਿਵ ਜੀ ਹੈ। ਸੱਪਾਂ ਦੀ ਮਾਲਾ ਗਲ 'ਚ ਪਾਉਂਦਾ, ਸਿਰ ਤੇ ਜੂੜਾ ਕਰਦਾ, ਚੰਦਰਮਾ ਸੁਆਹ ਮਲਦਾ, ਸੋ ਅੱਕ ਧਤੂਰਾ ਖਾਉਂਦਾ, ਰਾਤੀ ਵਾਸਾ ਮੜੀ ਮਸਾਣੀ, ਰਾਤ ਨੂੰ ਮੜੀ ਮਸਾਣੀ ਵਾਸਾ ਕਰਦਾ। ਐਸੀਆਂ ਚੀਜ਼ਾਂ ਸੁਣ ਕੇ ਹੀ ਪਤਾ ਲੱਗਦੀਆਂ ਨੇ। ਬਰਮਾ ਕੌਣ ਹੈ? 4 ਮੂੰਹ ਲੱਗੇ ਹੋਏ ਨੇ, 4 ਬਾਹਾਂ ਲੱਗੀਆਂ ਹੋਈਆਂ ਨੇ। ਸੁਣ ਕੇ ਹੀ ਪਤਾ ਲੱਗਦਾ ਬ੍ਰਹਮਾ ਕੌਣ ਹੈ, ਕੀ ਕੰਮ ਕਰਦਾ। ਸ੍ਰਿਸ਼ਟੀ ਨੂੰ ਬਣਾਉਂਦਾ। ਤੇ ਇਹ ਈਸ਼ਰ ਕੀ ਕਰਦਾ ਇਹ ਵੀ ਸੁਣ ਕੇ ਪਤਾ ਲੱਗਿਆ ਕਿ ਏਕਾ ਮਾਈ ਜੁਗਤ ਵਿਆਹੀ 3 ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ। ਜੇ ਤੇ ਸੁਭਾਵ ਤੇ ਵੈ ਚਲਾਵਾ ਜੇ ਹੋਇਆ ਪ੍ਰਮਾਣ। ਉਹ ਸੁਣ ਕੇ ਹੀ ਪਤਾ ਲੱਗਦਾ। ਇੰਦ ਫਿਰ ਸੁਣ ਕੇ ਹੀ ਪਤਾ ਲੱਗਦਾ ਕਿ ਇੰਦਰ ਦੇਵਤਾ ਹੈ। ਇੰਦ ਵੈਸੇ ਚੰਦਰਮਾ ਦਾ ਇੱਥੇ ਵਾਚਕ ਹੈ, ਚੰਦਰਮਾ ਹੈ। ਸੁਣ ਕੇ ਪਤਾ ਲੱਗਦਾ। ਇਹ ਸਾਰਾ ਸੁਣਨਾ ਇਤਿਹਾਸ ਕਿ ਚੰਦਰਮਾ ਕਿਹਦਾ ਪੁੱਤਰ ਹੈ, ਚੰਦਰਮਾ ਦਾ ਪੁੱਤਰ ਕੌਣ ਹੈ, ਇੰਦਰ ਕੌਣ ਹੈ, ਇੰਦਰ ਬਣਦਾ ਕਿਵੇਂ ਹੈ। ਇਹ ਸਾਰੀਆਂ ਚੀਜ਼ਾਂ ਦਾ ਗਿਆਨ ਜਿਹੜਾ ਨਾ ਇਹ ਸੁਣ ਕੇ ਹੀ ਪਤਾ ਲੱਗਦਾ। ਸ਼ਾਸਤਰ ਸਿਮਰਤੀਆਂ ਵੇਦ ਲੋਕ ਸੁਣਦੇ ਨੇ। ਹੁਣ ਜਦੋਂ ਆਪਾਂ ਇਸ ਚੀਜ਼ ਨੂੰ ਜਾ ਕੇ ਦੇਖੀਏ, ਈਸ਼ਰ ਸ਼ਿਵ ਜੀ ਨੂੰ ਪੁੱਛੀਏ ਕਿ ਤੁਸੀਂ ਇਸ ਪਦਵੀ ਤੱਕ ਕਿਵੇਂ ਆਏ ਹੋ, ਤਾਂ ਸ਼ਿਵ ਜੀ ਕਹਿਣ ਲੱਗੇ ਮੈਂ ਸ਼ਰਵਣ ਕੀਤਾ ਪਰਮੇਸ਼ਰ ਦੇ ਨਾਮ ਨੂੰ। ਸ਼ਿਵ ਜੀ
शिव जी किते एक नहीं है। काल पुरख की देह मोह कोटक विष्णु महेश, कोट इंद्र ब्रह्मा किते रव सस करोड़ जलेश। ये तो एक पदवी है, तुसी प्राप्त कर लो, तुसी शिव जी बन जाओ। पर गुरसिख नहीं ना चाहता इस पासे जाना। राज ना चाहो मुक्त ना चाहो मन प्रीत चरण कमलारे। ये तो एक पदवी है, पदवी जिन्हों मर्जी परमेश्वर दे सकते ने। इस करके महाराज कहते नाम दे श्रवण करके ही ईश्वर बनया है, नाम दे श्रवण करके ही ब्रह्मा बनया। भला ब्रह्मा ने 10 लाख वरा तप किया देवी का, देवी प्रगट हो गई, वर मंग, कहते मैनू सृष्टि के रचन का बल बख्शो। कहते वो तो नहीं मैं दे सकती, और जो मर्जी मंग ला। फिर कह लगे मैनू दसो उपाय। कहते परमेश्वर का तप कर, परमेश्वर की भगती कर, हौली हौली उच्चारण कर, ओंकार ओंकार। कन्ना नाल सुनी जाए, श्रवण कर। फिर परमेश्वर तैनू आकाशबाणी राही पुछणगे, सीधे नहीं मिलते है वो। फिर परमेश्वर ने पूछा ब्रह्मा नू, 10 लाख साल तक तपस्या करन तो बाद फिर जाके सृष्टि के रचन की शक्ति दी अकाल पुरख। एक इंद्र नामे ब्राह्मण होया, ਉਹਦੇ 10 लड़के सी। वो कहन लगे पिता जी ये ब्रह्मा में इन्नी शक्ति किवें आ गई? कहने नाम जप के आई है, नाम श्रवण करके आई। फिर पिता जी असी भी ब्राह्मण, वो भी ब्राह्मण है, असी भी बन सकते हैं ब्रह्मा? कहते हाँ, नाम जप के वो बनया, तुसी नाम जप लो। वो ज्यों बैठे नाम जपण, किन्ने किन्ने हजारां साल तपस्या कर दी। परमेश्वर ने खुश होकर पूछा, बच्चा की चाहते हो? कहने महाराज सानू भी ब्रह्मा की पदवी दे दो, असी भी सृष्टि रचनी है। तथास्तु हो गया उस वक्त। कहने लगे इसी तरह ही हो जाएगा, लो तुसी भी सृष्टि रचा करो। ब्रह्मा की जिहड़ी है वो पदवी है एक, जिहड़ी कि नाम सिमरन करन दे नाल मिल सकती है। नौकरी है, नौकरी तो अनपढ़ नूं भी मिल जाती है, भांडे धोण दी या कपड़ा चक चक फड़ाई जा कपड़े वाली दुकान ते। नौकरी नौकरी 10 पढ़े नूं मिलती है, 12 पढ़े नूं मिलती है। नौकरी तो जिन्होंने बहुत उच्चियां विद्यावां प्राप्त कीतियां ने, 50-50 हज़ार रुपया बाहरले देशों च वो बंदे 50-50 लाख भी कमाउंदे ने। ये एक तपस्या है। उस अवस्था तक की तपस्या करन तो बाद क्यों तो परमेश्वर 40 दिन च मिल जाते कल युग च, पर बापू नूं 4 युग बहन की की लोड़ सी हेमकुंड साहब? वो फिर वक्खो वक्खरे कारजां लई तपस्या है, जिन्नी की लोड़ आ उन्नी की तपस्या करते हैं। द्वैत एक रूप होए गयो दी तपस्या की उन्होंने। सो तां महाराज कहते ने नाम दे श्रवण करके ही ब्रह्मा की पदवी तक जी पहुंच जाता। इंद्र देवता भी श्रवण की महिमा नूं ही करके ठीक होया, क्योंकि इन्हूं भी बहुत बड़ी बीमारी पै गई सी कोई। फिर 100 साल तक इन्हें ब्रह्मा की सेवा करके नाम नूं श्रवण किया, तां इहदी बीमारी दूर हुई। इस प्रकार इंद जिहड़ा चंद्रमा है, चंद्रमा भी नाम नूं ही श्रवण करता है। चंद्रमा या सूरज ये भी नाम नूं ही श्रवण करके ही बने ने। हरेक चीज़ नाम श्रवण करके ही बनती है, नाम का ही जाप करते हैं। इन्हां विचों भी आवाज़ आउंदी रहिंदी है नाम की, वो सुनते अभ्यासियों नूं, ब्रह्म ज्ञानियों नूं। जो बोलत है मिर्ग मीन पंखेरू, सो बिन हर जापत है नहीं होर। धरत पाताल आकाश है मेरी जिंदड़िए, सब हर हर नाम ते आवै राम। सारे गाउंदे ने सोदर दे विच सारिਆਂ ਦਾ ही नाम आ गया। तो जे महाराज सच्चे पातशाह कहते ये ईश्वर ब्रह्मा इंद्र की पदवी नाम दे श्रवण करके ही मिल सकती है, तो तुसी भी नाम श्रवण करके जो मर्जी मंग सकते हो परमेश्वर के पासों।
ਹੁਣ ਇਹਨਾਂ ਦੇ ਕੋਲ ਜਾ ਕੇ ਜੇ ਪੁੱਛੋ ਈਸ਼ਰ ਬਰਮਾ ਇੰਦਰ ਦੇ ਕੋਲ ਵੀ ਅਸੀਂ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ, ਇਹ ਕਹਿੰਦੇ ਨੇ ਸਾਰਿਆਂ ਨਾਲੋਂ ਪਹਿਲਾ ਸਾਧਨ ਹੈ ਹੀ ਸ਼ਰਵਣ। ਸੂਈ ਦੇ ਵਿੱਚ ਧਾਗਾ ਸਾਰਿਆਂ ਨਾਲੋਂ ਪਹਿਲਾਂ ਨੱਕੇ ਵਿੱਚ ਦੀ ਲੰਘਦਾ, ਤਾਂ ਜਿੰਨਾ ਮਰਜ਼ੀ ਫਿਰ ਉਹਨੂੰ ਮਸ਼ੀਨ ਨੂੰ ਤੁਸੀਂ ਚਲਾਈ ਜਾਓ ਸਿਉਂਤਾ, ਜੇ ਧਾਗਾ ਨੱਕੇ ਵਿੱਚ ਦੀ ਨਾ ਕੱਢਿਆ ਤਾਂ ਫਿਰ ਉਹ ਸੂਈ ਜਿੰਨਾ ਮਰਜ਼ੀ ਘੁੰਮੀ ਜਾਵੇ ਉਹ ਖਾਲੀ ਚਲੀ ਜਾਂਦੀ। ਇਸੇ ਤਰ੍ਹਾਂ ਹੀ ਨੱਕੇ ਵਿੱਚੋਂ ਧਾਗਾ ਕੱਢਣਾ ਕਿਹੜਾ? ਜੇ ਕੰਨਾਂ ਨਾਲ ਵਾਹਿਗੁਰੂ ਮੰਤਰ ਸੁਣਨਾ, ਕੰਨਾਂ ਨਾਲ ਕੀਰਤਨ ਸੁਣਨਾ, ਕੰਨਾਂ ਨਾਲ ਕਥਾ ਸੁਣਨੀ। ਸਮਝ ਲਓ ਜਦੋਂ ਤੱਕ ਤੁਹਾਡੇ ਕੰਨ ਸੁਣਦੇ ਨੇ ਉਦੋਂ ਤੱਕ ਤੁਹਾਡਾ ਧਿਆਨ ਬਾਣੀ ਵਿੱਚ ਹੈ। ਜਦੋਂ ਤੁਹਾਡੇ ਕੰਨ ਸੁਣਨੋਂ ਹਟ ਗਏ ਉਦੋਂ ਤੁਹਾਡਾ ਧਿਆਨ ਕਿਤੇ ਹੋਰ ਚਲਿਆ ਗਿਆ। ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਸ਼, ਸੱਚਖੰਡ ਵਾਸੀ, ਬ੍ਰਹਮ ਗਿਆਨੀ, ਮਹਾਰਾਜ 10ਵੇਂ ਪਾਤਸ਼ਾਹ ਨੂੰ ਹੀ ਪੁੱਛਿਆ ਕਰਦੇ ਸੀ ਸਾਰਾ ਕੁਝ। ਇਹ ਗੱਲ ਤੁਸੀਂ ਇਹ ਜਾਣ ਲਓ ਵੀ ਉਹ ਮਹਾਰਾਜ ਨੂੰ ਹੀ ਕਿਉਂ ਪੁੱਛਿਆ ਕਰਦੇ ਸੀ, ਕਿਉਂਕਿ ਉਹ ਜਦੋਂ ਆਪਣੇ ਨਗਰ ਦੇ ਵਿੱਚ ਰਹਿੰਦੇ ਸੀ ਤਾਂ ਉਸ ਵਕਤ ਉਹਨਾਂ ਦੇ ਪਿੰਡ ਦੇ ਬਾਹਰ-ਬਾਹਰ ਛੱਪੜ ਦੇ ਉੱਤੇ ਇੱਕ ਸਾਧੂ ਆ ਕੇ ਬੈਠਾ ਸੀ। ਉਹਨਾਂ ਨੇ ਪ੍ਰਸ਼ਾਦਾ ਛਕਾਇਆ, ਦੁਪਹਿਰੇ ਸ਼ਾਮ, ਦੁਪਹਿਰੇ ਫਿਰ ਦੂਜੇ ਦਿਨ ਦੁਪਹਿਰੇ ਸ਼ਾਮ, ਤੀਜੇ ਦਿਨ ਸਾਲ 2 ਸਾਲ 12 ਸਾਲ ਉਹ ਸਾਧ ਨੂੰ ਰੋਟੀ ਖਵਾਈ। ਉਹ ਧੂਣੀ ਲਾ ਕੇ ਬੈਠਾ ਰਹੇ, ਸਮਾਧੀ ਲਾ ਲਿਆ ਕਰੇ। ਬਾਬਾ ਜੀ ਕਹਿੰਦੇ ਇੱਕ ਦਿਨ ਮੈਂ ਉਹਨੂੰ ਜਾ ਕੇ ਕਿਹਾ, ਮਹਾਂਪੁਰਸ਼ੋ 12 ਸਾਲ ਹੋ ਗਏ ਨੇ, ਮੈਨੂੰ ਵੀ ਕੋਈ ਨਾਮ ਦਾ ਕਿਣਕਾ ਦਿਓ, ਮੇਰੇ ਤੇ ਵੀ ਕਿਰਪਾ ਕਰੋ। ਅੱਗਿਓਂ ਜਟਾਂ ਵਾਲਾ ਸਾਧ ਕਹਿੰਦਾ, ਬੱਚਾ ਸਾਡੇ ਭੇਖ 'ਚ ਆ, ਪਹਿਲਾਂ ਜਟਾਂ ਰੱਖ, ਸਵਾਹ ਮਲ ਪਿੰਡੇ ਨੂੰ, ਫਿਰ ਤੈਨੂੰ ਅਸੀਂ ਗੁਰਮੰਤਰ ਦਿਆਂਗੇ ਆਪਣਾ। ਬਾਬਾ ਜੀ ਕਹਿੰਦੇ ਮੇਰਾ ਮਨ ਭਰ ਗਿਆ ਉੱਥੇ। ਕਹਿੰਦੇ ਮੈਂ ਉਸੇ ਤਰ੍ਹਾਂ ਹੀ ਘਰ ਆ ਗਿਆ ਉੱਠ ਕੇ। ਘਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ। ਆ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਪਹਿਲਾਂ ਉੱਚੀ ਉੱਚੀ ਮੈਂ ਰੋਇਆ ਬੜਾ। 12 ਸਾਲਾਂ ਬਾਅਦ ਮੈਨੂੰ ਸਵਾਹ ਮਿਲੀ। ਮਹਾਰਾਜ ਨੂੰ ਕਹਿੰਦੇ ਜੇ ਮੈਂ 12 ਸਾਲ ਤੇਰੀ ਸੇਵਾ ਕਰਦਾ ਮੈਨੂੰ ਹੁਣ ਤੱਕ ਬ੍ਰਹਮ ਗਿਆਨ ਹੋ ਜਾਣਾ। ਉਹ ਸਾਧੂ ਕਹਿੰਦਾ ਸਵਾਹ ਮਿਲੀ। ਬਾਬਾ ਜੀ ਨੇ ਮਹਾਰਾਜ ਨੂੰ ਖੜ ਕੇ ਕਹਿਤਾ, ਅੱਜ ਤੋਂ ਮੇਰਾ ਸੰਤ ਵੀ ਤੂੰ ਹੀ ਹੈ, ਮੇਰਾ ਗੁਰੂ ਵੀ ਤੂੰ ਹੀ ਹੈ, ਮੇਰਾ ਸਾਰਾ ਕੁਝ ਤੂੰ ਹੀ ਹੈ, ਮੈਂ ਤੁਹਾਡੇ ਤੋਂ ਬਿਨਾਂ ਕਿਸੇ ਨੂੰ ਨਹੀਂ ਪੁੱਛਣਾ ਹੋਰ। ਉਦੋਂ ਤੋਂ ਲੈ ਕੇ ਬਚਪਨ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛਿਆ, ਭਗਤੀ ਕਰਦਿਆਂ ਕਰਦਿਆਂ ਸਾਖਿਆਤ ਹੋ ਗਏ ਪ੍ਰਮਾਤਮਾ। ਮਹਾਰਾਜ 10ਵੇਂ ਪਾਤਸ਼ਾਹ ਨੂੰ ਇੱਕ ਇੱਕ ਗੱਲ, ਛੋਟਾ ਛੋਟਾ ਪੁਆਇੰਟ ਵੀ ਮਹਾਰਾਜ ਨੂੰ ਪੁੱਛਦੇ ਰਹਿੰਦੇ ਸੀ। ਮਹਾਰਾਜ ਬਾਣੀ ਕਿਵੇਂ ਪੜ੍ਹਨੀ ਚਾਹੀਦੀ ਸਿੱਖ ਨੂੰ? ਮਹਾਰਾਜ 10ਵੇਂ ਪਾਤਸ਼ਾਹ ਵੀ ਸਿੱਧਾ ਨਹੀਂ ਕਹਿੰਦੇ। ਉਹ ਕਹਿੰਦੇ ਸਾਡੇ ਟਾਈਮ ਤਾਂ ਹਰਨਾਮ ਸਿੰਘ ਗਲ 'ਚ ਪਰਨਾ ਪਾ ਕੇ ਪੜ੍ਹਦੇ ਹੁੰਦੇ ਸੀ ਬਾਣੀ। ਆ ਹੁਣ ਸਿੱਖ ਪਰਨਾ ਪਾਉਂਦੇ ਹੀ ਨਹੀਂ ਗਲ 'ਚ, ਇਹਨੂੰ ਆਪਣੀ ਹੱਤਕ ਸਮਝਦੇ ਨੇ। ਫਿਰ ਭਾਈ ਜਿਹੜੀ ਬਾਣੀ ਕੰਨਾਂ ਨਾਲ ਸੁਣੀਏ ਪੜ੍ਹਨ ਵੇਲੇ, ਉਹੀ ਬਾਣੀ ਸਾਨੂੰ ਪ੍ਰਵਾਨ ਹੁੰਦੀ ਹੈ। ਜਿਹੜੀ ਬਾਣੀ ਕੰਨਾਂ ਨਾਲ ਨਾ ਸੁਣੀ ਭਾਈ, ਉਹ ਸਾਨੂੰ ਪ੍ਰਵਾਨ ਨਹੀਂ ਹੁੰਦੀ। ਫਿਰ ਜੇ ਸਿੱਖ ਕੰਨਾਂ ਨਾਲ ਪਾਠ ਸੁਣ ਲਵੇ ਸਾਰਾ, ਉਹ ਸਾਨੂੰ ਪ੍ਰਵਾਨ ਹੈ। ਬਾਕੀ ਦਾ ਭਾਈ ਪਾਠ ਪ੍ਰਵਾਨ ਨਹੀਂ ਹੈ ਸਾਨੂੰ। ਇਸ ਕਰਕੇ ਸੁਣਨ ਦੀ ਮਹਿਮਾ 10ਵੇਂ ਪਾਤਸ਼ਾਹ ਨੇ ਵੱਡੀ ਕਹੀ ਹੈ, ਗੁਰੂ ਨਾਨਕ ਦੇਵ ਜੀ ਨੇ ਵੱਡੀ ਮਹਿਮਾ ਕਹੀ ਹੈ। ਸੁਣਿਆ ਮੁਖ ਸਾਲਾਹਣ ਮੰਦ, ਨਾਮ ਸ਼ਰਵਣ ਕਰਨੇ ਕਰਕੇ ਜਿਹੜੇ ਮੰਦੇ ਬੰਦੇ ਨੇ ਉਹ ਮੁੱਖੋਂ ਸਲਾਉਣ ਯੋਗ ਹੋ ਜਾਂਦੇ ਨੇ। ਸੱਸੇ ਕੰਨਾ ਲੱਲੇ ਕੰਨਾ, ਸਾਲਾਹਣ। ਇਉਂ ਹੁਣ ਇਹ ਗਲਤੀ ਦੀ ਨਿਵਰਤੀ ਇੱਥੇ ਕਰ ਲੈਣੀ ਆਪਣੀ। ਸੁਣਿਆ ਮੁਖ ਸਲਾਹਣ ਮੰਦ, ਸਲਾਹਣ ਪਾਠ 99 ਬੰਦੇ ਕਰਦੇ 100 ਚੋਂ। ਸੁਣਿਆ ਮੁਖ ਸਾਲਾਹਣ ਮੰਦ, ਮੰਦੇ ਪੁਰਸ਼ ਮੁੱਖੋਂ ਸਲਾਉਣੇ ਯੋਗ ਹੋ ਜਾਂਦੇ ਨੇ। ਵਾਲਮੀਕ ਜੀ ਨੇ ਪਹਿਲਾਂ ਇਹੋ ਜਿਹੇ ਕਰਮ ਕੀਤੇ, ਪਹਿਲਾਂ ਤਾਂ ਹੋਰ ਹੀ ਤਰ੍ਹਾਂ ਦੇ ਕਰਮ ਕਰਦੇ, ਬਾਅਦ ਦੇ ਵਿੱਚ ਫਿਰ ਨਾਮ ਜਪਣ ਲੱਗ ਗਏ। ਭਾਈ ਬਿਧੀ ਚੰਦ ਪਹਿਲਾਂ ਹੋਰ ਹੀ ਕੰਮ ਕਰਦੇ ਹੁੰਦੇ ਸੀ, ਗਾਵਾਂ ਮੱਝਾਂ ਇੱਧਰ ਉੱਧਰ ਕਰ ਛੱਡਦੇ ਲੋਕਾਂ ਦੀਆਂ। ਫਿਰ ਮੁੜ ਕੇ 5ਵੇਂ ਪਾਤਸ਼ਾਹ ਚਰਨਾਂ ਵਿੱਚ ਆ ਕੇ ਫਿਰ ਸਲਾਉਣੇ ਯੋਗ ਹੋ ਗਏ। ਕੋਈ ਵੀ ਮੰਦਾ ਪੁਰਸ਼ ਹੈ, ਉਹ ਜੇ ਪਰਮੇਸ਼ਰ ਦਾ ਨਾਮ ਜਪਣ ਲੱਗ ਜਾਵੇ, ਉਹਨੂੰ ਦੁਨੀਆ ਮੁੱਖੋਂ ਸਲਾਹੁਣ ਲੱਗ ਜਾਂਦੀ ਹੈ, ਬਈ ਇਹ ਆਦਮੀ ਤਾਂ ਬਹੁਤ ਅੱਛਾ ਹੈ। ਸੁਣਿਆ ਮੁਖ ਸਾਲਾਹਣ ਮੰਦ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ
ਬੰਦਾ ਮੁੱਖ ਦੇ ਵਿੱਚੋਂ ਸਲਾਹੁਤਾ ਕਰਦਾ ਹੈ, ਉਹਦੇ ਅੰਦਰੋਂ ਮਨ ਦਾ ਵਿਚਾਰ ਖਤਮ ਹੋ ਜਾਂਦਾ। ਮੁੱਖ ਦੇ ਵਿੱਚੋਂ ਪ੍ਰਮਾਤਮਾ ਦਾ ਨਾਮ ਸਲਾਹੁਣਾ ਤੇ ਕੰਨਾਂ ਨਾਲ ਸੁਣਨਾ, ਉਹਦੇ ਅੰਦਰੋਂ ਮਨ ਦੇ ਭਾਵ ਮੁੱਕ ਜਾਂਦੇ ਨੇ, ਮਨ ਦੀ ਅਵਸਥਾ ਖਤਮ ਹੋ ਜਾਂਦੀ ਹੈ। ਮੁੱਖ ਵਿੱਚੋਂ ਜਿਹੜੇ ਸਲਾਹੁੰਦੇ ਨੇ ਪ੍ਰਮਾਤਮਾ ਦੇ ਨਾਮ ਨੂੰ, ਮੰਦੇ ਪੁਰਸ਼ ਵੀ ਉਹਨਾਂ ਦੀ ਸਲਾਹੁਤਾ ਕਰਦੇ ਨੇ। ਮੰਦੇ ਪੁਰਸ਼, ਸੋ ਜਿਵੇਂ ਭਾਈ